मैं एक तस्वीर देखी ਤਾਂ ਬਹੁਤ ਸ਼ਰਮ ਵੀ ਆਈ, ਹੈਰਾਨੀ ਵੀ ਹੋਈ ਕਿ ਆਖਰ ਬੰਦਾ ਇੰਨਾ ਗਿਰ ਸਕਦਾ। ਬੰਦਿਆਂ ਦੇ ਕਿਰਦਾਰ ਦਾ ਸਮਝ ਨਹੀਂ ਆਉਂਦਾ ਕਿਉਂਕਿ ਤੁਸੀਂ ਪੱਗਾਂ ਬੰਨੀਆਂ ਹੋਈਆਂ ਨੇ ਯਾਰ, ਤੁਸੀਂ ਦਸਤਾਰ ਸਜਾਈ ਹੋਈ ਹੈ, ਦਸਤਾਰ ਸਜਾ ਕੇ ਤੁਸੀਂ ਉਸ ਬਲਾਤਕਾਰੀ ਉਸ ਕਾਤਲ ਦੇ ਡੇਰੇ ਦੇ ਵਿੱਚ ਜਾ ਰਹੇ ਹੋ, ਤੁਸੀਂ ਗੁਰਮੀਤ ਰਾਮ ਰਹੀਮ। ਇਸੇ ਬਲਾਤਕਾਰੀ ਬਾਬੇ ਤੇ ਇਸ ਤਰ੍ਹਾਂ ਦੇ ਵੀ ਇਲਜ਼ਾਮ ਹੈ, ਇਸ ਤਰ੍ਹਾਂ ਦੇ ਵੀ ਦੋਸ਼ ਹੈ ਕਿ ਇਸਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਹੈ। ਸਾਨੂੰ ਉਹ ਦਿਨ ਭੁੱਲ ਗਏ। ਇੱਕ ਬੰਨੇ ਤਾਂ ਕੁਲਤਾਰ ਸਿੰਘ ਸੰਧਵਾ ਸਪੀਕਰ ਨੇ बहुत चंगी गल उन्होंने कही कि असीं डेरा नहीं बनन देंगे, पर इहो जिहा इसनूं की प्यार आ गया फौजा सिंह सरारी नूं कि वोटां ही प्यारियां हो गईयां, जाके उहदे चरनां दे विच बैठा है। ये तां तय मन्निया जा रहा है कि फौजा सिंह सरारी ते कार्रवाई होनी है। मैनूं लगदा हुण इस फोटो तो बाद छेती कार्रवाई हो जानी है। कदे कहंदा जी मैं चराए ते लड्डू रखदा, कदे उस बंदे लगता है कि जी मेरी जान बाजे मैं फलाने बाबे को जाया वां, कदे ऐ लगता है कि जी चलो फलाने बाबे ने कहा कि जी मुर्गे की बलि देनी उधर जाया वां, तो कदे कहते जी कितने जाया वा। इसी तरह शायद सरारी नूं भी लग्या कि मैं बाबे का आशीर्वाद लैना जाके। मैनूं शर्म, इन्हां लोकां नूं शर्म क्यों नहीं आउंदी जाके उत्थे पिता जी कर। बलात्कारी ਉਹ ਸਾਧ ਹੈ ਜਿਸ ਨੂੰ ਕੋਰਟ ਦੇ ਵੱਲੋਂ ਬਲਾਤਕਾਰੀ ਦਾ ਜਿਹੜਾ ਹੈ ਦਰਜਾ ਇਸ ਨੂੰ ਮਿਲਿਆ ਤੇ ਕਾਤਲ ਵੀ ਇਸ ਨੂੰ ਐਲਾਨ ਦਿੱਤਾ ਗਿਆ। ਉਹ ਚੀਜ਼ਾਂ ਸਾਨੂੰ ਜ਼ਿਹਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਕਿਉਂਕਿ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ ਔਰ ਅਸੀਂ ਦਸਤਾਰ ਸਜਾਈ ਹੋਈ ਹੈ, ਅਸੀਂ ਪੱਗ ਬੰਨੀ ਹੋਈ ਹੈ। ਪੱਗ ਬੰਨ ਕੇ ਦਾੜੀ ਰੱਖ ਕੇ ਤੁਸੀਂ ਉੱਥੇ ਫਿਰ ਉਸੇ ਦੀ ਸ਼ਰਨ ਦੇ ਵਿੱਚ ਜਾ ਰਹੇ ਹੋ। ਤਾਂ ਬਹੁਤ ਸਾਰੇ ਲੋਕ ਜਿਹੜੇ ਆ, ਹੋਰ ਵੀ ਪਿਛਲੇ ਦਿਨੀ ਸਰਦਾਰ ਦੇਖ ਰਿਹਾ ਸੀਗਾ ਕਿ ਪੱਗਾਂ ਬੰਨੀਆਂ ਹੋਈਆਂ ਨੇ ਉੱਥੇ ਝੂਮ ਰਹੇ ਆ ਜਾ ਕੇ। ਉਹਨਾਂ ਲੋਕਾਂ ਸਮੇਤ ਸਰਾਰੀ ਨੂੰ ਸ਼ਰਮ ਆਉਣੀ ਚਾਹੀਦੀ ਹੈ। ਸਰਕਾਰ ਨੂੰ ਵੀ ਜ਼ਰੂਰ ਇਸ ਤੇ ਮਨਦੀਪ ਨੋਟਿਸ ਜ਼ਰੂਰ ਲੈਣਾ ਚਾਹੀਦਾ। ਮੈਨੂੰ ਲੱਗਦਾ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਇਸ ਗੱਲ ਤੇ ਵੀ ਸ਼ਾਇਦ ਕਾਰਵਾਈ ਹੋ ਜਾਏ ਕਿਉਂਕਿ ਇੱਕ ਬੇਸ ਤਾਂ ਹੁਣ ਬਣ ਹੀ ਚੁੱਕਿਆ। ਉਹ ਦਿਨ ਸਿੱਖਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਜਦੋਂ ਬਰਗਾੜੀ ਜਿਹੜਾ ਕੰਧਾਂ ਦੇ ਉੱਪਰ ਲਿਖਿਆ ਗਿਆ ਸੀ ਕਿ ਕੱਲ ਨੂੰ ਕਹਿ ਕੇ ਜਿਹੜੀ ਹੈ ਬੇਅਦਬੀ ਕੀਤੀ ਗਈ ਸੀ, ਬਕਾਇਦਾ ਚੈਲੰਜ ਕਰਕੇ ਕੌਮ ਨੂੰ ਪੂਰੀ ਨੂੰ। ਜ਼ਰੂਰ ਆਮ ਆਦਮੀ ਪਾਰਟੀ ਨੂੰ ਇਸ ਤੇ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ ਹੈ। ਜ਼ਰੂਰ ਇਹਨਾਂ ਦੇ ਬੁਲਾਰਿਆਂ ਨੂੰ ਬਿਆਨ ਦੇਣੇ ਚਾਹੀਦੇ ਆ, ਆਪਣਾ ਸਟੈਂਡ ਕਲੀਅਰ ਕਰਨ। ਇਸ ਫੋਟੋ ਤੋਂ ਬਾਅਦ ਸਰਾਰੀ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਕਿਉਂ ਗਿਆ ਸੀ, ਜਾਂ ਤਾਂ ਮਾਫੀ ਮੰਗੇ ਕੌਮ ਤੋਂ। ਇਹ ਲੀਡਰ ਜਿਹੜੇ ਨੇ, ਇਹ ਪੋਲੀਟੀਸ਼ੀਅਨ ਜਿਹੜੇ ਨੇ ਕਿਉਂ ਨਹੀਂ ਸਮਝ ਪਾ ਰਹੇ। ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ। ਪ੍ਰੋ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ ਤੇ ਮੈਂ ਮਨਦੀਪ ਜੋਤ ਸਿੰਘ। ਮੌਜੂਦਾ ਹਾਲਾਤਾਂ ਦੇ ਵਿੱਚ ਇੱਕ ਮਸਲਾ ਬੜਾ ਭਖਿਆ ਹੋਇਆ ਹੈ। ਬਲਾਤਕਾਰੀ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਤੇ ਉਹ ਆਪਣੇ ਆਨਲਾਈਨ ਸਤਸੰਗ ਵੀ ਲਗਾ ਰਿਹਾ ਜਿਸ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਲੀਡਰ ਪਹੁੰਚ ਰਹੇ ਨੇ। ਤੇ ਅੱਜ ਇੱਕ ਅਜਿਹਾ ਘਟਨਾਕ੍ਰਮ ਵਾਪਰਿਆ ਜਿਸ ਤੇ ਤੁਹਾਨੂੰ ਸੁਣ ਕੇ ਸ਼ਰਮ ਵੀ ਆਵੇਗੀ ਤੇ ਹੈਰਾਨੀ ਵਾਲੀ ਗੱਲ ਹੈ ਕਿ ਮੌਜੂਦਾ ਸਰਕਾਰ ਜਿਹੜੀ 92 ਐਮਐਲਏ ਦੇ ਨਾਲ ਸੱਤਾ ਦੇ ਵਿੱਚ ਆਈ ਸੀ, ਉਸ ਦੇ ਮੰਤਰੀ ਫੌਜਾ ਸਿੰਘ ਸਰਾਰੀ ਵੀ ਗੋਦੀ ਦੇ ਵਿੱਚ ਜਾ ਬੈਠੇ ਨੇ ਇਸ ਬਲਾਤਕਾਰੀ ਬਾਬੇ ਦੇ। ਤਾਂ ਅੱਜ ਉਹਨਾਂ ਨੇ ਸਨਮਾਨ ਚਿੰਨ੍ਹ ਵੀ ਹਾਸਲ ਕੀਤਾ ਉੱਥੋਂ, ਤੇ ਸਨਮਾਨ ਚਿੰਨ੍ਹ ਜਿਹੜਾ ਹਾਸਲ ਕੀਤਾ ਉਸ ਦੇ ਵਿੱਚ ਬਲਾਤਕਾਰੀ ਰਾਮ ਰਹੀਮ ਦੀ ਬਕਾਇਦਾ ਫੋਟੋ ਵੀ ਲਗਾਈ ਗਈ ਹੈ। ਤੇ ਤਸਵੀਰ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਉੱਪਰ ਵਾਇਰਲ ਹੋ ਰਹੀ ਹੈ ਤੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਵਿਕਰਮ। ਹੋਰ ਜਾਣਕਾਰੀ ਦੇ ਲਈ ਉਹਨਾਂ ਨਾਲ ਗੱਲਾਂ ਕਰਾਂਗੇ ਇਸ ਮੁੱਦੇ ਤੇ ਕਿ ਆਖਰਕਾਰ ਇੱਕ ਪਾਸੇ ਤਾਂ ਕਾਨੂੰਨ ਨੇ ਜਿਸ ਬੰਦੇ ਨੂੰ ਬਲਾਤਕਾਰੀ ਤੇ ਕਾਤਲ ਐਲਾਨਿਆ ਤੇ ਦੂਜੇ ਪਾਸੇ ਰਾਜਨੀਤਿਕ ਲੀਡਰ ਜਿਹੜੇ ਆਪਣੇ ਆਪ ਨੂੰ ਇਹ ਕਹਾਉਂਦੇ ਨੇ ਕਿ ਉਹ ਲੋਕਾਂ ਦੇ ਸਰਮਾਏਦਾਰ ਨੇ। 2-2 2.5 ਲੱਖ ਲੋਕਾਂ ਨੇ ਵੋਟਾਂ ਪਾਈਆਂ, ਉਸ ਤੋਂ ਬਾਅਦ ਵਿਧਾਨ ਸਭਾ 'ਚ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਪਸੀਆਂ ਗਨਮੈਨ ਸਿਕਿਉਰਿਟੀ ਲੈਂਦੇ ਨੇ ਤੇ ਉਸ ਤੋਂ ਬਾਅਦ ਆਪਣੇ ਰੋਜ਼ਾਨਾ ਜ਼ਿੰਦਗੀ ਨੂੰ ਇੱਕ VIP ਕਲਚਰ ਦੇ ਵਿੱਚ ਤਬਦੀਲ ਕਰਦੇ ਨੇ। ਤੇ ਅੱਜ ਫੌਜਾ ਸਿੰਘ ਸਰਾਰੀ ਰਾਮ ਰਹੀਮ ਦੀ ਚਰਨਾਂ ਦੇ ਵਿੱਚ ਜਾ ਬੈਠੇ ਨੇ। ਵਿਕਰਮ, ਕਿਵੇਂ ਦੇਖਦੇ ਹੋ ਫੌਜਾ ਸਿੰਘ ਸਰਾਰੀ ਜਿਹੜੇ ਕੈਬਨਿਟ ਮੰਤਰੀ ਨੇ ਮੌਜੂਦਾ ਸਰਕਾਰ ਦੇ? ਹੋਰ ਪਾਰਟੀਆਂ ਲੀਡਰ ਤਾਂ ਜਾ ਹੀ ਰਹੇ ਸੀ ਤੇ ਅੱਜ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵੀ ਰਾਮ ਰਹੀਮ ਹੋਣਾ ਦੇ ਚਰਨਾਂ ਦੇ ਵਿੱਚ ਜਾ ਪਹੁੰਚੇ ਨੇ। ਮਨਦੀਪ ਬਹੁਤ ਸ਼ਰਮ ਦੀ ਗੱਲ ਹੈ। ਮੈਂ ਇੱਕ ਤਸਵੀਰ ਦੇਖੀ ਤਾਂ ਬਹੁਤ ਸ਼ਰਮ ਵੀ ਆਈ, ਹੈਰਾਨੀ ਵੀ ਹੋਈ ਕਿ ਆਖਰ ਬੰਦਾ ਇੰਨਾ ਗਿਰ ਸਕਦਾ। ਬੰਦਿਆਂ ਦੇ ਕਿਰਦਾਰ ਦਾ ਸਮਝ ਨਹੀਂ ਆਉਂਦਾ ਕਿਉਂਕਿ ਤੁਸੀਂ ਪੱਗਾਂ ਬੰਨੀਆਂ ਹੋਈਆਂ ਨੇ ਯਾਰ, ਤੁਸੀਂ ਦਸਤਾਰ ਸਜਾਈ ਹੋਈ ਹੈ, ਦਸਤਾਰ ਸਜਾ ਕੇ ਤੁਸੀਂ ਉਸ ਬਲਾਤਕਾਰੀ ਉਸ ਕਾਤਲ ਦੇ ਡੇਰੇ ਦੇ ਵਿੱਚ ਜਾ ਰਹੇ ਹੋ, ਤੁਸੀਂ ਗੁਰਮੀਤ ਰਾਮ ਰਹੀਮ ਦੇ, ਜਿਸ ਤੇ ਇਲਜ਼ਾਮ ਲੱਗਦੇ ਆ। ਫਿਰ ਉਹ ਇਲਜ਼ਾਮ ਸਾਬਤ ਵੀ ਹੁੰਦੇ ਆ, ਦੋਸ਼ ਸਾਬਤ ਹੁੰਦੇ ਆ। CBI ਦੀ ਸਪੈਸ਼ਲ ਕੋਰਟ ਉਸ ਨੂੰ ਜੇਲ੍ਹ ਭੇਜਦੀ ਹੈ ਔਰ ਉਸ ਸਮੇਂ ਵੀ ਕਿੰਨਾ ਹੁੜਦੰਗ ਮਚਦਾ। ਤਾਂ ਸਾਰੀ ਪਿਕਚਰ ਜਿਹੜੀ ਆ ਬੰਦੇ ਨੂੰ ਭੁੱਲਣੀ ਨਹੀਂ ਚਾਹੀਦੀ। ਪਰ ਬੜੀ ਸ਼ਰਮ ਦੀ ਗੱਲ ਹੈ ਕਿ ਕਿਰਦਾਰ ਇੰਨੇ ਹੌਲੇ ਹੋ ਗਏ ਸਿਆਸਤਦਾਨਾਂ ਦੇ ਕਿ ਚੰਦ ਵੋਟਾਂ ਖਾਤਰ ਜਾ ਕੇ ਉੱਥੇ ਗੋਡੇ ਟੇਕ ਕੇ ਬਹਿ ਜਾਂਦੇ ਆ। ਔਰ ਉਸੇ ਤਰ੍ਹਾਂ ਫੌਜਾ ਸਿੰਘ ਸਰਾਰੀ
ਮੈਨੂੰ ਬਹੁਤ ਸ਼ਰਮ ਦੀ ਗੱਲ, ਮੈਂ ਵਾਰ-ਵਾਰ ਕਹਿ ਰਿਹਾ ਕਿ ਤਸਵੀਰ ਦੇਖ ਕੇ ਕਿ ਤੁਸੀਂ ਦਸਤਾਰ ਸਜਾਈ ਹੋਈ ਹੈ, ਘੱਟੋ ਘੱਟ ਉਹ ਚੀਜ਼ ਤਾਂ ਯਾਦ ਕਰ ਲਓ ਕਿ ਇਹਨਾਂ ਪ੍ਰੇਮੀਆਂ ਤੇ ਇਸੇ ਬਲਾਤਕਾਰੀ ਬਾਬੇ ਤੇ ਇਸ ਤਰ੍ਹਾਂ ਦੇ ਵੀ ਇਲਜ਼ਾਮ ਹੈ, ਇਸ ਤਰ੍ਹਾਂ ਦੇ ਵੀ ਦੋਸ਼ ਹੈ ਕਿ ਇਸਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਹੈ। ਸਾਨੂੰ ਉਹ ਦਿਨ ਭੁੱਲ ਗਏ। ਇੱਕ ਬੰਨੇ ਤਾਂ ਕੁਲਤਾਰ ਸਿੰਘ ਸੰਧਵਾ ਸਪੀਕਰ ਨੇ ਬਹੁਤ ਚੰਗੀ ਗੱਲ ਉਹਨਾਂ ਨੇ ਕਹੀ ਕਿ ਅਸੀਂ ਡੇਰਾ ਨਹੀਂ ਬਣਨ ਦਿਆਂਗੇ, ਔਰ ਨਾਲ ਹੀ ਉਹ ਲਗਾਤਾਰ ਉੱਥੇ ਧਰਨੇ ਤੇ ਵੀ ਬੈਠਦੇ ਰਹੇ ਆ ਜਾ ਕੇ। ਬੇਸ਼ੱਕ ਸਰਕਾਰ ਦੇ ਖਿਲਾਫ ਵੀ ਗੱਲ ਹੁੰਦੀ ਹੈ ਤਾਂ ਉੱਥੇ ਜਾ ਕੇ ਤਾਂ ਵੀ ਕੁਲਤਾਰ ਸਿੰਘ ਸੰਧਵਾ ਬੈਠਦੇ ਰਹੇ ਆ। ਕਈ ਸਿਆਸਤਦਾਨ ਇਹੋ ਜਿਹੇ, ਸੁਖੀ ਰੰਧਾਵਾ ਹੁਣੀ ਲਗਾਤਾਰ ਖਿਲਾਫ ਬੋਲਦੇ ਰਹੇ ਪਹਿਲੇ ਦਿਨ ਤੋਂ। ਪਿਛਲੇ ਦਿਨੀ ਬਰਿੰਦਰ ਹੁਣਾਂ ਨੇ ਵੀ ਗੱਲ ਬੋਲੀ, ਬਰਿੰਦਰ ਢਿੱਲੋਂ ਹੁਣਾਂ ਨੇ ਵੀ, ਆਮ ਆਦਮੀ ਪਾਰਟੀ ਦੀ ਇੱਕ ਲੀਡਰ ਵੀ ਹੈ ਔਰ ਉੱਥੇ ਹੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੀ ਹੈ ਸਵਾਤੀ ਮਾਲੀਵਾਲ, ਆਪ ਨਾਲ ਸੰਬੰਧ ਰੱਖਦੇ ਹੋ ਵੀ, ਪਰ ਉਹਨਾਂ ਨੇ ਵੀ ਖਿਲਾਫਤ ਕੀਤੀ। ਪਰ ਇਹੋ ਜਿਹਾ ਇਸ ਨੂੰ ਕੀ ਪਿਆਰ ਆ ਗਿਆ ਫੌਜਾ ਸਿੰਘ ਸਰਾਰੀ ਨੂੰ ਕਿ ਵੋਟਾਂ ਹੀ ਪਿਆਰੀਆਂ ਹੋ ਗਈਆਂ, ਜਾ ਕੇ ਉਹਦੇ ਚਰਨਾਂ ਦੇ ਵਿੱਚ ਬੈਠਾ ਔਰ ਬੜੇ ਸ਼ਾਨੋ ਸ਼ੌਕਤ ਦੇ ਨਾਲ ਐ ਤਸਵੀਰ ਖਿਚਾ ਰਿਹਾ। ਉਸ ਜਿਹੜਾ ਸਨਮਾਨ ਚਿੰਨ੍ਹ ਉਸ ਤੇ ਬੰਦੀ ਫੋਟੋ ਵੀ ਲੱਗੀ ਹੋਈ ਹੈ ਡੇਰੇ ਵਾਲੇ ਦੀ, ਔਰ ਸਨਮਾਨ ਐ ਲੈ ਰਿਹਾ ਜਿਵੇਂ ਪਤਾ ਨਹੀਂ ਕੋਈ 골ਡ ਮੈਡਲ ਲੈ ਰਿਹਾ ਹੋਵੇ। ਮਤਲਬ ਉਹ ਤਸਵੀਰ ਦੇਖ ਕੇ ਸ਼ਰਮ ਆਉਂਦੀ ਹੈ। ਦੇਖਣਾ ਹੈ ਕਿ ਹੁਣ ਕਾਰਵਾਈ ਕੀ ਕਰਦੀ ਹੈ ਆਮ ਆਦਮੀ ਪਾਰਟੀ ਇਸ ਦੇ ਖਿਲਾਫ, ਕਿ ਕਾਰਵਾਈ ਤੋਂ ਬਚਣ ਵਾਸਤੇ ਗਿਆ। ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਗਿਆ ਕਿਉਂ, ਕਿਹਨੇ ਇਸ ਨੂੰ ਇਨਵਾਈਟ ਕੀਤਾ। ਬਿਲਕੁਲ ਵਿਕਰਮ, ਪਹਿਲਾਂ ਫੌਜਾ ਸਿੰਘ ਸਰਾਰੀ ਹੋਣਾ ਦੇ ਉੱਪਰ ਜਦੋਂ ਆਡੀਓ ਵਾਇਰਲ ਹੁੰਦੀ ਹੈ ਉਹਨਾਂ ਦੀ, ਤਾਂ ਲਗਾਤਾਰ ਵਿਰੋਧੀ ਪਾਰਟੀਆਂ ਸਦਨ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਬਕਾਇਦਾ ਵਾਕਆਊਟ ਵੀ ਕੀਤਾ ਜਾਂਦਾ ਇਸ ਮੁੱਦੇ ਨੂੰ ਲੈ ਕੇ ਕਿ ਸਰਾਰੀ ਹੋਣਾ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਬਾਕੀ ਜਿਹੜੇ ਲੋਕ ਕਹਿੰਦੇ ਸੀ ਕਿ ਬਾਕੀ ਤਾਂ ਤੁਸੀਂ ਕਹਿ ਰਹੇ ਹੋ ਕੋਈ ਵੀ ਭ੍ਰਿਸ਼ਟਾਚਾਰੀ ਮੰਤਰੀ ਸੀ, ਸਾਬਕਾ ਸੀ, ਚਾਹੇ ਮੌਜੂਦਾ ਕਿਸੇ ਹੋਰ ਪਾਰਟੀ ਦਾ, ਉਹਨਾਂ ਨੂੰ ਤਾਂ ਤੁਸੀਂ ਵਿਜੀਲੈਂਸ ਦੇ ਥਰੂ ਜਿਹੜਾ ਅੰਦਰ ਚੱਕ ਕੇ ਮਾਰਿਆ, ਪਰ ਸਰਾਰੀ ਹੋਣਾ ਤੇ ਕਿਉਂ ਨਹੀਂ ਕਾਰਵਾਈ ਕੀਤੀ। ਪਿਛਲੇ ਦਿਨੀ ਭਗਤ ਸਿੰਘ ਹੋਣਾ ਦੇ ਪਿੰਡ ਖਟਕੜ ਕਲਾਂ ਵਿੱਚ ਵੀ ਜਿਹੜਾ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ, ਤਾਂ ਕਿਤੇ ਨਾ ਕਿਤੇ ਹੋ ਸਕਦਾ ਕਿ ਬਾਬੇ ਦੇ ਆਸ਼ੀਰਵਾਦ ਲੈਣ ਨੂੰ ਜਿਹੜਾ ਰਾਮ ਰਹੀਮ ਹੋਣਾ ਦੇ ਇੱਕ ਬਲਾਤਕਾਰੀ ਦੇ ਆਸ਼ੀਰਵਾਦ ਤੋਂ ਉਹਨਾਂ ਨੂੰ ਹੋਵੇ ਕਿ ਆਸ਼ੀਰਵਾਦ ਲੈ ਕੇ ਕਿਤੇ ਮੈਂ ਬਚ ਜਾ। ਇਹ ਹੋਣਾ ਕਿ ਸ਼ਾਇਦ ਕੀ ਕੀਪਤਾ ਬਲਾਤਕਾਰੀ ਦਾ ਆਸ਼ੀਰਵਾਦ ਲੈਣਾ, ਮੈਂ ਕੀਪਤਾ ਇਹਦੇ ਆਸ਼ੀਰਵਾਦ ਦੇ ਨਾਲ ਹੀ ਮੈਂ ਤਰ ਜਾ ਜਿੱਥੇ ਵੱਡੇ ਵੱਡੇ ਲੀਡਰ ਜਾ ਰਹੇ, ਇਹਨੂੰ ਲੱਗਿਆ ਹੋਣਾ ਕਿ ਮੈਂ ਵੀ ਚਲਾ ਜਾ। ਫੌਜਾ ਸਿੰਘ ਸਰਾਰੀ ਵੀ ਪਹੁੰਚ ਗਿਆ। ਕਈ ਵਾਰ ਇਹ ਹੁੰਦਾ ਨਾ ਜਦੋਂ ਅਸੀਂ ਚੀਜ਼ਾਂ ਦੇਖਦੇ ਹਾਂ, ਖਾਸ ਤੌਰ ਤੇ ਸਟੋਰੀਜ਼ ਦੇਖਦੇ ਹਾਂ, ਉਹਨਾਂ ਦੇ ਵਿੱਚ ਇਹ ਹੁੰਦਾ ਕਿ ਬੰਦਾ ਹਰ ਕੋਸ਼ਿਸ਼ ਕਰਦਾ ਹੈ। ਇਹ ਤਾਂ ਤੈਅ ਮੰਨਿਆ ਜਾ ਰਿਹਾ ਕਿ ਫੌਜਾ ਸਿੰਘ ਸਰਾਰੀ ਤੇ ਕਾਰਵਾਈ ਹੋਣੀ ਹੈ। ਮੈਨੂੰ ਲੱਗਦਾ ਹੁਣ ਇਸ ਫੋਟੋ ਤੋਂ ਬਾਅਦ ਛੇਤੀ ਕਾਰਵਾਈ ਹੋ ਜਾਣੀ ਹੈ। ਗਿਆ ਤਾਂ ਸ਼ਾਇਦ ਇਹ ਬਚਾਅ ਵਾਸਤੇ ਸੀ ਕਿਉਂਕਿ ਆਡੀਓ ਵਾਇਰਲ ਹੋਇਆ, ਬੜੇ ਸੰਗੀਨ ਇਲਜ਼ਾਮ ਲੱਗਦੇ ਆ। ਉਸ ਤੋਂ ਬਾਅਦ ਵਿਧਾਨ ਸਭਾ ਪੂਰੇ ਸੈਸ਼ਨ 'ਚ ਇਸੇ ਗੱਲ ਨੂੰ ਲੈ ਕੇ ਰੌਲਾ ਪੈਂਦਾ ਰਿਹਾ। ਮਨਦੀਪ, ਅਸੀਂ ਕਵਰ ਕੀਤਾ ਸੈਸ਼ਨ ਨੂੰ, ਤੁਸੀਂ ਵੀ ਲਗਾਤਾਰ ਲਾਈਵ ਵਾਚ ਕਰਦੇ ਰਹੇ ਉਸ ਚੀਜ਼ ਨੂੰ ਕਿ ਕਿਵੇਂ ਵਿਰੋਧੀਆਂ ਨੇ ਤਿੱਖੇ ਐਲੀਗੇਸ਼ਨ ਲਾਏ, ਇਸੇ ਗੱਲ ਤੇ ਅੜੇ ਰਹੇ ਕਿ ਫੌਜਾ ਸਿੰਘ ਸਰਾਰੀ ਨੂੰ ਗ੍ਰਿਫਤਾਰ ਕਰੋ, ਉਸ ਨੂੰ ਚੱਕ ਕੇ ਬਾਹਰ ਸੁੱਟਿਆ ਜਾਵੇ। ਵਿਧਾਨ ਸਭਾ ਸ਼ਾਨੋ ਸ਼ੌਕਤ ਨਾਲ ਬਿਠਾਏ। ਸ਼ਾਇਦ ਇਹੀ ਕੋਸ਼ਿਸ਼ ਹੋਏਗੀ ਸਰਾਰੀ ਦੀ ਕਿ ਸਾਰੇ ਬੰਨਿਓ ਜਾ ਕੇ ਮੈਂ ਆਸ਼ੀਰਵਾਦ ਲੈਣਾ, ਸਾਰੇ ਬੰਨਿਓ ਜਾ ਕੇ ਮੈਂ ਨਮਸਕਾਰ ਕਰਨਾ। ਜਿਵੇਂ ਕਈ ਵਾਰ ਹੁੰਦਾ ਨਾ ਬੰਦੇ ਨੂੰ ਇਹ ਲੱਗਦਾ, ਕਦੇ ਕਿਸੇ ਬਾਬੇ ਕੋ ਜਾਂਦਾ, ਪਿਛਲੇ ਦਿਨੀ ਨਿੱਕੂ ਸਾਹਿਬ ਵੀ ਗਏ ਸੀਗੇ, ਚਲੋ ਉਹਨਾਂ ਦਾ ਤਾਂ ਕਹਿੰਦੇ ਬੇੜਾ ਤਰ ਗਿਆ। ਚਲੋ ਉਹੀ ਮੈਂ ਗੱਲ ਤੇ ਆਉਂਦਾ ਸੀ ਕਿ ਇੰਦਰਜੀਤ ਨਿੱਕੂ ਹੋਰੀ ਬਾਗੇਸ਼ਵਰ ਧਾਮ ਉਹਨਾਂ ਦੇ ਕੋਲ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਫੌਜਾ ਸਿੰਘ ਸਰਾਰੀ ਜਾਂਦੇ ਨੇ। ਹਾਲਾਂਕਿ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹੜੀ ਕਹਿੰਦੀ ਸੀ ਕਿ ਅਸੀਂ 92 ਐਮਐਲਏ ਜਿੱਤੇ ਨੇ, ਕਿਉਂਕਿ ਦੇਖਿਆ ਜਾਵੇ ਤਾਂ ਪਿਛਲੇ 5 ਸਾਲਾਂ ਤੋਂ ਡੇਰਾਵਾਦ ਜਿਹੜਾ ਪੰਜਾਬੀਆਂ ਨੇ ਨਕਾਰਤਾ ਕਿਤੇ ਨਾ ਕਿਤੇ ਵੋਟਰਾਂ ਨੇ, ਕਿਉਂਕਿ ਪਿਛਲੇ 5 ਜਦੋਂ ਤਾਂ ਜੇਲ੍ਹ 'ਚ ਗਿਆ ਬਲਾਤਕਾਰੀ ਰਾਮ ਰਹੀਮ, ਉਸ ਤੋਂ ਬਾਅਦ ਜਿਹੜਾ ਕੋਈ ਇਨਫਲੂਐਂਸ ਪਿਛਲੀਆਂ ਵੋਟਾਂ ਤੇ ਜਾਂ ਪਿਛਲੀਆਂ ਇਲੈਕਸ਼ਨ ਤੇ ਬਿਲਕੁਲ ਨਜ਼ਰ ਨਹੀਂ ਆਇਆ ਰਾਮ ਰਹੀਮ ਦਾ। ਤਾਂ 92 ਐਮਐਲਏ ਤੁਹਾਡੇ ਕੋਲ ਹੈਗੇ ਨੇ, ਤੁਹਾਡੇ ਕੋਲ ਐਡਾ ਬਹੁਮਤ ਤੁਹਾਨੂੰ ਮਿਲਿਆਗਾ, ਤਾਂ ਫਿਰ ਵੀ ਕਿਉਂ ਕੀ ਲੋੜ ਪੈਂਦੀ ਹੈਗੀ ਅਜਿਹੇ? ਉਹ ਵੀ ਨਹੀਂ ਆ ਰਿਹਾ ਨਾ ਕਿ ਆਖਿਰ ਹੈ ਕਿ ਇਹਨਾਂ ਨੂੰ ਇਹੋ ਜਿਹਾ ਕੀ ਪ੍ਰਸ਼ਾਦ ਮਿਲਦਾ ਉੱਥੇ ਜਾ ਕੇ ਪਤਾ ਨਹੀਂ। ਹੁਣ ਜਿਵੇਂ ਕਈ ਵਾਰ ਮੇਰੀ ਗੱਲ ਸੀਗੀ ਕਿ ਇੱਕ ਸਟੋਰੀ ਦੇਖੀ ਕਿ ਉਹ ਬੰਦਾ ਸਾਰੇ ਬੰਨੇ ਜਾਂਦਾ ਭੱਜ ਕੇ, ਕਦੇ ਕਹਿੰਦਾ ਜੀ ਮੈਂ ਚਰਾਏ ਤੇ ਲੱਡੂ ਰੱਖਦਾ, ਕਦੇ ਉਸ ਬੰਦੇ ਨੂੰ ਲੱਗਦਾ ਕਿ ਜੀ ਮੇਰੀ ਜਾਨ ਬਾਜੇ ਮੈਂ ਫਲਾਣੇ ਬਾਬੇ ਕੋ ਜਾਇਆ ਵਾਂ, ਕਦੇ ਐਂ ਲੱਗਦਾ ਕਿ ਜੀ ਚਲੋ ਫਲਾਣੇ ਬਾਬੇ ਨੇ ਕਿਹਾ ਕਿ ਜੀ ਮੁਰਗੇ ਦੀ ਬਲੀ ਦੇਣੀ ਉਧਰ ਜਾਇਆ ਵਾਂ, ਤੇ ਕਦੇ ਕਹਿੰਦਾ ਜੀ ਕਿੱਥੇ ਜਾਇਆ ਵਾਂ। ਇਸੇ ਤਰ੍ਹਾਂ ਸ਼ਾਇਦ ਸਰਾਰੀ ਨੂੰ ਵੀ ਲੱਗਿਆ ਕਿ ਮੈਂ ਬਾਬੇ ਦਾ ਆਸ਼ੀਰਵਾਦ ਲੈਣਾ ਜਾ ਕੇ। ਮੈਨੂੰ ਸ਼ਰਮ, ਇਹਨਾਂ ਲੋਕਾਂ ਨੂੰ ਸ਼ਰਮ ਕਿਉਂ ਨਹੀਂ ਆਉਂਦੀ ਜਾ ਕੇ ਉੱਥੇ ਪਿਤਾ ਜੀ ਕਰਦੇ ਨੇ। ਮੈਂ ਪਿਛਲੇ ਦਿਨ ਵੀਡੀਓ ਦੇਖ ਰਿਹਾ ਸੀ, ਹੁਣੇ ਰੀਸੈਂਟਲੀ ਆਇਆ ਬਾਹਰ, ਤਾਂ ਉੱਥੇ ਜਾ ਕੇ ਬੀਬੀਆਂ ਕਹਿ ਰਹੀਆਂ ਨੇ ਕਿ ਜੀ ਸਾਡਾ ਤਾਂ ਤੁਹਾਨੂੰ ਜੱਫੀ ਪਾਉਣ ਨੂੰ ਦਿਲ ਕਰ ਰਿਹਾ, ਸਾਡਾ ਤਾਂ ਜੀ ਤੁਹਾਨੂੰ ਕਿਸ ਕਰਨ ਨੂੰ ਜੀ ਕਰ ਰਿਹਾ, ਤੁਸੀਂ ਇੰਨਾ ਗਲੋ ਕਿਉਂ ਮਾਰ ਰਹੇ ਹੋ। ਇਸ ਤਰ੍ਹਾਂ ਦੀਆਂ ਗੱਲਾਂ ਸ਼ਾਇਦ ਇਹੋ ਜਿਹੇ ਜਿਹੜੇ ਸਤਸੰਗ ਕਰ ਰਹੇ ਉਹਨਾਂ ਚੀਜ਼ਾਂ ਦੇ ਪ੍ਰਭਾਵ ਹੇਠ ਆ ਕੇ ਸਰਾਰੀ ਉੱਥੇ ਗਿਆ ਕੀਪਤਾ ਇੱਥੇ ਮੱਥਾ ਟੇਕਣਾ ਤਾਂ ਮੁਕਤੀ ਹੋ ਜੇ ਔਰ ਸ਼ਾਇਦ ਕਾਰਵਾਈ ਨਾ ਹੋਵੇ। ਮੈਨੂੰ ਲੱਗਦਾ ਸ਼ਾਇਦ ਇਹੋ ਜਿਹੀ ਹੀ ਕੋਈ ਗੱਲ ਹੋਏਗੀ, ਪਰ ਇਹ ਬਹੁਤ ਸ਼ਰਮਨਾਕ ਗੱਲ ਹੈ ਫੌਜਾ ਸਿੰਘ ਸਰਾਰੀ ਵਾਸਤੇ, ਭਗਵੰਤ ਮਾਨ ਉਹਨਾਂ ਦੇ ਮੰਤਰੀ ਵਾਸਤੇ ਕਿ ਉਹ ਡੇਰਾ ਸੱਚੇ ਸੌਦੇ ਗਿਆ, ਉੱਥੇ ਬਲਾਤਕਾਰੀ ਦੇ ਆਸ਼ਰਮ ਗਿਆ ਔਰ ਉੱਥੇ ਸਨਮਾਨ ਚਿੰਨ੍ਹ ਉਸਨੇ ਲਿਆ। ਹਾਂ ਬਿਲਕੁਲ ਵਿਕਰਮ, ਅਸੀਂ ਦਰਸ਼ਕਾਂ ਨੂੰ ਵੀ ਦੱਸੀਏ ਕਿ ਇਹ ਕੋਈ ਇੱਕ ਮੰਤਰੀ ਦੇ ਕ੍ਰਿਟਿਸਿਜ਼ਮ ਦਾ ਮਾਮਲਾ ਨਹੀਂ ਕਿ ਅਸੀਂ ਉਸ ਨੂੰ ਕ੍ਰਿਟਿਸਾਈਜ਼ ਕਰ ਰਹੇ ਹਾਂ, ਪਰ ਇਹ ਮਾਮਲਾ ਹੈ ਸੈਂਟੀਮੈਂਟ ਲੋਕਾਂ ਦੇ ਜੁੜੇ ਹੋਏ ਨੇ। ਇਹ ਬਲਾਤਕਾਰੀ ਉਹ ਸਾਧ ਹੈ ਜਿਸ ਨੂੰ
ਕੋਰਟ ਦੇ ਵੱਲੋਂ ਬਲਾਤਕਾਰੀ ਦਾ ਜਿਹੜਾ ਹੈ ਦਰਜਾ ਇਸ ਨੂੰ ਮਿਲਿਆ ਤੇ ਕਾਤਲ ਵੀ ਇਸ ਨੂੰ ਐਲਾਨ ਦਿੱਤਾ ਗਿਆ। ਜਾਂ ਤਾਂ ਫਿਰ ਉਸ ਸਮੇਂ ਦੀ ਵਿਕਰਮ ਜਾਂ ਤਾਂ ਫਿਰ ਉਸ ਸਮੇਂ ਦੀ ਜਿਹੜੀ ਹੈ ਕਾਨੂੰਨੀ ਪ੍ਰਕਿਰਿਆ ਉਹ ਗਲਤ ਹੋ ਸਕਦੀ ਹੈ ਜਾਂ ਮੌਜੂਦਾ ਹਾਲਾਤ ਗਲਤ ਹੋ ਸਕਦੇ। ਕਿਸੇ ਨੂੰ ਤਾਂ ਗਲਤ ਕਹਿਣਾ ਹੀ ਪਊਣਾ ਕਿਉਂਕਿ ਕਾਨੂੰਨ ਨੇ ਤਾਂ ਇੱਕ ਸਾਫ਼ ਰਿਜ਼ਲਟ ਜਗਜੀਤ ਸਿੰਘ ਹੋਣਾ ਦਾ ਆਪਾਂ ਨੂੰ ਯਾਦ ਹੈ ਕਿ ਜਦੋਂ ਸਜ਼ਾ ਸੁਣਾਈ ਸੀ ਜਗਦੀਪ ਹੋਣਾ ਨੂੰ ਉਹਨਾਂ ਜੱਜ ਦੀ ਜਿਹੜੀ ਹੈ ਸਿਕਿਉਰਿਟੀ ਵੀ ਵਧਾਈ ਗਈ ਸੀ ਤੇ ਚਾਰੋਂ ਤਰਫ ਜਿਹੜੀ ਉਹਨਾਂ ਦੀ ਤਾਰੀਫ ਹੋ ਰਹੀ ਸੀ। ਤੇ ਆਪਾਂ ਵੀ ਕੋਈ ਇਹ ਨਹੀਂ ਕਿ ਕਿਸੇ ਮੰਤਰੀ ਨੂੰ ਕ੍ਰਿਟੀਸਾਈਜ਼ ਕਰ ਰਹੇ ਹਾਂ, ਪਰ ਜੇ ਕੋਈ ਚੰਗਾ ਕੰਮ ਕਰੂਗਾ ਤਾਂ ਆਪਾਂ ਨੂੰ ਸਲਾਉਣਾ ਵੀ। ਆਪਾਂ ਦੱਸਿਆ ਵੀ ਕਿ ਸੁਖਜਿੰਦਰ ਸਿੰਘ ਰੰਧਾਵਾ ਬੋਲੇ ਨੇ, ਬਰਿੰਦਰ ਸਿੰਘ ਢਿੱਲੋਂ ਬੋਲੇ ਨੇ ਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਣੀ ਵੀ ਜਿਹੜੇ ਨੇ ਬੋਲੇ ਨੇ। ਉਹ ਡਟ ਕੇ ਉਹਨਾਂ ਨੇ ਕਿਹਾ ਕਿ ਅਸੀਂ ਡੇਰਾ ਨਹੀਂ ਬਣ ਦੇਣਾ। ਪਰ ਸਰਾਰੀ ਜੋ ਕਿ ਕਿਉਂਕਿ ਜਦੋਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਤਾਂ ਸਭ ਤੋਂ ਵੱਡਾ ਇਹਨਾਂ ਦਾ ਇੱਕ ਨਾਅਰਾ ਸੀ ਕਿ ਅਸੀਂ ਬਦਲਾਅ ਲਿਆਉਣਾ। ਠੀਕ ਹੈ, ਦੂਜੀਆਂ ਪਾਰਟੀਆਂ ਨੇ ਲੋਕਾਂ ਦਾ ਗੁੱਸਾ ਸੀ ਨਹੀਂ ਕੀਤੇ ਕੰਮ ਤੇ ਇਹਨਾਂ ਨੂੰ ਤਾਂ ਹੀ ਚੁਣਿਆ। ਤੇ 92 ਐਮਐਲਏ ਪਿਛਲੇ ਦਿਨਾਂ ਦੇ ਵਿੱਚ ਨੋ ਮੋਸ਼ਨ ਜਿਹੜਾ ਕੌਨਫੀਡੈਂਸ ਦਾ ਇਹਨਾਂ ਦੇ ਵੱਲੋਂ ਮਤਾ ਵੀ ਪਾਇਆ ਗਿਆ ਸੀਗਾ। ਉਹ ਤਾਂ ਨੇ ਕਿਹਾ ਕਿ ਸਾਡੀ ਸਰਕਾਰ ਜਿਹੜੀ ਹੈ ਕੋਈ ਡੇ ਕੇ ਦਿਖਾਵੇ, ਸਾਡੇ ਕੋਲ ਤਾਂ ਪੂਰੀ ਭਰੋਸੇਯੋਗਤਾ ਸਾਰੇ ਲੀਡਰਾਂ ਦੀ। ਫਿਰ ਜਦੋਂ ਇੰਨੇ ਜਿਹੜੀ ਭਰੋਸੇਯੋਗਤਾ ਇੰਨਾ ਬਹੁਮਤ ਤੁਹਾਨੂੰ ਮਿਲਿਆ ਫਿਰ ਉਸ ਬਲਾਤਕਾਰੀ ਦੇ ਪੈਰਾਂ 'ਚ ਡਿੱਗਣ ਦੀ ਕੀ ਲੋੜ ਹੈ? ਗੱਲ ਤਾਂ ਉਹੀ ਹੈ ਨਾ ਕਿ ਇੱਕ ਮੰਤਰੀ ਇੱਕ ਬੰਨੇ ਸਪੀਕਰ ਦਾ ਸਟੈਂਡ ਤਾਂ ਬੜਾ ਕਲੀਅਰ ਹੈ। ਉਹ ਕਹਿੰਦੇ ਕਿ ਨਾ ਤਾਂ ਡੇਰਾ ਬਣ ਦੇਣਾ, ਨਾ ਡੇਰਾਵਾਦ ਨੂੰ ਹਾਵੀ ਹੋਣ ਦੇਣਾ ਔਰ ਨਾ ਹੀ ਅਸੀਂ ਇਹੋ ਜਿਹੀ ਚੀਜ਼ ਨੂੰ ਪ੍ਰਮੋਟ ਹੋਣ ਦੇਣਾ। ਬਹੁਤ ਚੰਗੀ ਗੱਲ ਸੀ ਕੁਲਤਾਰ ਸਿੰਘ ਸੰਧਵਾ ਹੋਣਾ ਦੀ ਸਟੇਟਮੈਂਟ ਆਈ ਸੀ ਪਿਛਲੇ ਦਿਨੀ। ਪਰ ਉੱਥੇ ਹੀ ਜਿਵੇਂ ਸਰਾਰੀ ਪਹੁੰਚ ਜਾਂਦਾ ਤਾਂ ਮੈਨੂੰ ਲੱਗਦਾ ਖਚਾਈ ਤਾਂ ਹੋਊਗੀ ਕਿਉਂਕਿ ਅਸੀਂ ਵੀ ਖਬਰ ਬ੍ਰੇਕ ਕੀਤੀ ਔਰ ਉਸ ਤਸਵੀਰ ਵੀ ਬਹੁਤ ਵਾਇਰਲ ਹੋ ਗਈ। ਮੈਨੂੰ ਲੱਗਦਾ ਫੌਜੇ ਸਰਾਰੀ ਦੀ ਖਚਾਈ ਤਾਂ ਹੋ ਚੁੱਕੀ ਹੋਊਗੀ। ਪਰ ਇਹ ਜ਼ਰੂਰ ਹੈ ਜਿਵੇਂ ਅਸੀਂ ਦੇਖਦੇ ਹਾਂ ਕਿ ਸਮਾਜਿਕ ਤਾਣਾ ਬਾਣਾ ਜਿਹੜਾ ਇਸ ਨੂੰ ਵੀ ਬੰਦੇ ਨੂੰ ਦੇਖਣਾ ਚਾਹੀਦਾ ਕਿ ਉਸ ਬੰਦੇ ਦੀ ਪਪੂਲੈਰਿਟੀ ਬੇਸ਼ੱਕ ਕੁਝ ਲੋਕਾਂ ਵਿੱਚ ਹੋਊਗੀ, ਉਸ ਬੰਦੇ ਦਾ ਪ੍ਰਭਾਵ ਹੋਏਗਾ, ਪਰ ਇਹ ਤਾਂ ਨਹੀਂ ਹੈ ਕਿ ਉਹਨਾਂ ਲੋਕਾਂ ਦੀ ਸਿੰਪਥੀ ਲੈਣ ਵਾਸਤੇ ਜਾਂ ਅਸੀਂ ਕਹੀਏ ਕਿ ਸਾਡੀ ਮੁਕਤੀ ਇੱਥੋਂ ਹੋ ਜਾਏਗੀ। ਅਸੀਂ ਆਪਣੀ ਚੀਜ਼ ਭੁਲਾ ਦਈਏ ਕਿ ਸਿੱਖ ਕੌਮ ਉਸਦੇ ਹਿਰਦੇ ਵਲੁੰਦਰੇ ਗਏ ਸੀ ਮਨਦੀਪ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂਦੀ ਹੈ ਔਰ ਕਿਸ ਤਰੀਕੇ ਨਾਲ ਗੁਰੂ ਘਰ ਚੋਂ ਸਰੂਪ ਮਹਾਰਾਜ ਦਾ ਚੋਰੀ ਕਰਕੇ ਲਿਜਾਂਦਾ ਜਾਂਦਾ ਔਰ ਉਸ ਤੋਂ ਬਾਅਦ ਫਿਰ ਕਿਵੇਂ ਕੱਟ ਵੱਢ ਕੇ ਅੰਗ ਜਿਹੜੇ ਆ ਉਹ ਖਿਲਾਰੇ ਜਾਂਦੇ ਆ। ਨਾਲਿਆਂ ਦੇ ਵਿੱਚੋਂ ਸਰੂਪ ਮਿਲੇ, ਜਿਹੜੇ ਅੰਗ ਮਿਲੇ ਸੀਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ, ਉਹਨਾਂ ਚੀਜ਼ਾਂ ਨੂੰ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਬਲਾਤਕਾਰੀ ਬਾਬੇ ਦਾ ਵੀ ਉੱਤੇ ਵੀ ਇਲਜ਼ਾਮ ਲੱਗਦੇ ਆ। ਕਨੈਕਸ਼ਨ ਜੁੜਦਾ ਕਿਤੇ ਨਾ ਕਿਤੇ ਕਿ ਡੇਰਾ ਪ੍ਰੇਮੀਆਂ ਨੇ ਬੇਅਦਬੀ ਜਿਹੜੀ ਹੈ ਇਹ ਕੀਤੀ ਔਰ ਉਸ ਹਿਸਾਬ ਦੇ ਨਾਲ ਜ਼ਰੂਰ ਉਹ ਚੀਜ਼ਾਂ ਸਾਨੂੰ ਜ਼ਿਹਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਕਿਉਂਕਿ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ ਔਰ ਅਸੀਂ ਦਸਤਾਰ ਸਜਾਈ ਹੋਈ ਹੈ, ਅਸੀਂ ਪੱਗ ਬੰਨੀ ਹੋਈ ਹੈ। ਪੱਗ ਬੰਨ ਕੇ ਦਾੜੀ ਰੱਖ ਕੇ ਤੁਸੀਂ ਉੱਥੇ ਫਿਰ ਉਸੇ ਦੀ ਸ਼ਰਨ ਦੇ ਵਿੱਚ ਜਾ ਰਹੇ ਹੋ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਹੋਰ ਵੀ ਪਿਛਲੇ ਦਿਨੀ ਸਰਦਾਰ ਦੇਖ ਰਿਹਾ ਸੀਗਾ ਕਿ ਪੱਗਾਂ ਬੰਨੀਆਂ ਹੋਈਆਂ ਨੇ ਉੱਥੇ ਝੂਮ ਰਹੇ ਆ ਜਾ ਕੇ। ਉਹਨਾਂ ਲੋਕਾਂ ਸਮੇਤ ਸਰਾਰੀ ਨੂੰ ਸ਼ਰਮ ਆਉਣੀ ਚਾਹੀਦੀ ਹੈ। ਸਰਕਾਰ ਨੂੰ ਵੀ ਜ਼ਰੂਰ ਇਸ ਤੇ ਮਨਦੀਪ ਨੋਟਿਸ ਜ਼ਰੂਰ ਲੈਣਾ ਚਾਹੀਦਾ। ਮੈਨੂੰ ਲੱਗਦਾ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਇਸ ਗੱਲ ਤੇ ਵੀ ਸ਼ਾਇਦ ਕਾਰਵਾਈ ਹੋ ਜਾਏ ਕਿਉਂਕਿ ਇੱਕ ਬੇਸ ਤਾਂ ਹੁਣ ਬਣ ਹੀ ਚੁੱਕਿਆ ਸਰਾਰੀ ਦੇ ਖਿਲਾਫ। ਪੰਜਾਬ ਦੇ ਵਿੱਚ ਵੀ ਮੈਨੂੰ ਲੱਗਦਾ ਲੋਕਾਂ ਦੇ ਵਿੱਚ ਰੋਸ ਹੋਏਗਾ ਔਰ ਖਚਾਈ ਵੀ ਸਰਾਰੀ ਦੀ ਹੁਣ ਤੱਕ ਹੋ ਚੁੱਕੀ। ਪਰ ਇਸ ਚੀਜ਼ ਨੂੰ ਲੈ ਕੇ ਸ਼ਰਮ ਆਉਂਦੀ ਨਹੀਂ ਸਿਆਸਤਦਾਨਾਂ ਨੂੰ। ਬੀਜੇਪੀ ਵਾਲੇ ਜਾ ਕੇ ਪਹੁੰਚ ਜਾਂਦੇ ਆ ਉੱਥੇ, ਇੱਕ ਮੇਅਰ ਪਹੁੰਚ ਜਾਂਦੀ ਹੈ ਕਹਿੰਦੀ ਜੀ ਪਿਤਾ ਜੀ ਸਾਨੂੰ ਆਸ਼ੀਰਵਾਦ ਦਿਓ, ਉਸੇ ਤਰ੍ਹਾਂ ਸਰਾਰੀ ਪਹੁੰਚ ਗਿਆ। ਇਹਨਾਂ ਲੋਕਾਂ ਤੋਂ ਤਾਂ ਐਕਸਪੈਕਟ ਹੀ ਨਹੀਂ ਕੀਤਾ ਜਾ ਸਕਦਾ ਸੀ, ਇਹਨਾਂ ਲੋਕਾਂ ਤੋਂ ਤਾਂ ਉਮੀਦ ਹੀ ਨਹੀਂ ਸੀ। ਪਰ ਜਿੰਨੀ ਲੋਕਾਂ ਨੂੰ ਉਮੀਦ ਦੇ ਨਾਲ ਲੋਕਾਂ ਨੇ ਚੁਣਿਆ ਉਸ ਹਿਸਾਬ ਨਾਲ ਸਭ ਤੋਂ ਪਹਿਲਾਂ ਸਰਾਰੀ ਦੀ ਆਡੀਓ ਲੀਕ ਹੁੰਦੀ ਆ, ਕਾਰਵਾਈ ਦੀ ਮੰਗ ਹੁੰਦੀ ਹੈ ਔਰ ਹੁਣ ਦੂਜੇ ਬੰਨੇ ਫਿਰ ਸਰਾਰੀ ਨੇ ਚੰਦ ਚਾੜਤਾ ਜਾ ਕੇ। ਇਹਨਾਂ ਲੋਕਾਂ ਨੇ ਉਮੀਦਾਂ ਤੋੜੀਆਂ ਨੇ। ਜਿਹੜੇ ਲੋਕਾਂ ਨੇ ਉਮੀਦਾਂ ਤੋੜੀਆਂ ਨੇ ਮੈਨੂੰ ਲੱਗਦਾ ਪੰਜਾਬ ਦੇ ਲੋਕ ਕਦੇ ਉਹਨਾਂ ਨੂੰ ਮਾਫ ਨਹੀਂ ਕਰਨਗੇ ਔਰ ਉਸੇ ਤਰ੍ਹਾਂ ਜਿਹੜਾ ਇਹ ਫੋਟੋ ਆਇਆ ਉਸ ਤੋਂ ਬਾਅਦ ਮੈਨੂੰ ਲੱਗਦਾ ਜ਼ਰੂਰ ਇਸ ਤੇ ਐਕਸ਼ਨ ਹੋਣਾ ਵੀ ਚਾਹੀਦਾ ਔਰ ਸ਼ਾਇਦ ਆਉਣ ਵਾਲੇ ਦਿਨਾਂ 'ਚ ਸਰਾਰੀ ਤੇ ਹੁਣ ਐਕਸ਼ਨ ਹੋਏਗਾ ਵੀ ਮਨਦੀਪ। ਬਿਲਕੁਲ, ਤੁਸੀਂ ਕੱਲ ਸਵਾਤੀ ਮਾਲੀਵਾਲ ਹੋਣਾ ਦੇ ਨਾਲ ਇੰਟਰਵਿਊ ਵੀ ਕੀਤੀ ਹੈ ਕਿਉਂਕਿ ਇੱਕੋ ਇੱਕ ਚੇਅਰਪਰਸਨ ਨੇ ਜਿਨ੍ਹਾਂ ਨੇ ਖਿਲਾਫ ਬੋਲਿਆ ਹੈਗਾ ਕਿਉਂਕਿ ਮਨੀਸ਼ਾ ਗੁਲਾਟੀ ਉਹਨਾਂ ਨੂੰ ਕੱਲ ਇੱਕ ਸਵਾਲ ਪੁੱਛਿਆ ਗਿਆ ਸੀ ਲੇਕਿਨ ਉਹਨਾਂ ਨੇ ਟਾਲ ਮਟੋਲ ਕਰਤੇ। ਉਹਨਾਂ ਨੇ ਕਿਹਾ ਕਿ ਕਿਸੇ ਹੋਰ ਸਟੇਟ ਦਾ ਮਾਮਲਾ, ਪਰ ਸਵਾਤੀ ਮਾਲੀਵਾਲ ਹੋਣਾ ਦੇ ਨਾਲ ਤੁਸੀਂ ਇੰਟਰਵਿਊ ਕੀਤਾ ਬਕਾਇਦਾ। ਉਹਨਾਂ ਨੇ ਸਾਰੀ ਜਿਹੜੀ ਹੈ ਆਪਣੀ ਦਿਲ ਦੀਆਂ ਗੱਲਾਂ ਉਹਨੇ ਦੱਸੀਆਂ ਕਿ ਕਿਵੇਂ ਲੋਕਾਂ ਦੇ, ਕਿਉਂਕਿ ਉਹ ਦਿਨ ਸਿੱਖਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਜਦੋਂ ਬਰਗਾੜੀ ਜਿਹੜਾ ਕੰਧਾਂ ਦੇ ਉੱਪਰ ਲਿਖਿਆ ਗਿਆ ਸੀ ਕਿ ਕੱਲ ਨੂੰ ਕਹਿ ਕੇ ਜਿਹੜੀ ਹੈ ਬੇਅਦਬੀ ਕੀਤੀ ਗਈ ਸੀ, ਬਕਾਇਦਾ ਚੈਲੰਜ ਕਰਕੇ ਕੌਮ ਨੂੰ ਪੂਰੀ ਨੂੰ ਕਹਿ ਕੇ ਜਿਹੜੀ ਬੇਅਦਬੀ ਕੀਤੀ ਗਈ ਸੀ ਤੇ ਪੋਸਟਰ ਲਗਾਏ ਗਏ ਸੀ ਕੰਧਾਂ ਤੇ ਕਿ ਕੱਲ ਨੂੰ ਤੁਹਾਡੇ ਨਾਲ, ਤੁਹਾਡੇ ਗੁਰੂ ਦੇ ਨਾਲ ਅਜਿਹਾ ਕੁਝ ਅਸੀਂ ਕਰਾਂਗੇ। ਤੇ ਉਸ ਤੋਂ ਬਾਅਦ ਅਗਲੇ ਦਿਨ ਹੀ ਜਿਹੜੇ ਹੈ ਗੁਰੂ ਸਾਹਿਬ ਦੇ ਅੰਗ ਨਾਲਿਆਂ ਦੇ ਵਿੱਚੋਂ ਥਿਆਏ ਤੇ ਉਸ ਤੋਂ ਬਾਅਦ ਪਾੜ ਕੇ ਉਹਨਾਂ ਨੂੰ ਕੈਂਚੀ ਕਟਰਾਂ ਦੇ ਨਾਲ ਜਿਹੜਾ ਉਹਨਾਂ ਨੂੰ ਜਿਹੜਾ ਅੰਗਾਂ ਨੂੰ ਖਿਲਾਰਿਆ ਗਿਆ, ਉਹਨਾਂ ਦੀ ਬੇਪਤੀ ਕੀਤੀ ਗਈ। ਤੇ ਦੂਜੇ ਪਾਸੇ ਜਿਹੜਾ ਹੁਣ ਦੇਖ ਰਹੇ ਆਪਾਂ ਬਰਗਾੜੀ ਮੋਰਚਾ ਲਗਾਤਾਰ ਲੱਗਿਆ ਹੋਇਆ ਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ 1.5 ਮਹੀਨਾ ਦਿਓ ਸਾਨੂੰ, 1.5 ਮਹੀਨੇ ਬਾਅਦ ਅਸੀਂ ਤੁਹਾਨੂੰ ਜਿਹੜਾ ਰਿਜ਼ਲਟ ਇਸ ਦਾ ਕੱਢ ਕੇ ਦਿਖਾਵਾਂਗੇ। ਬਿਲਕੁਲ ਕੁਲਤਾਰ ਸਿੰਘ ਸੰਧਵਾ ਹੋਣਾ ਦੇ ਬਿਆਨ ਸੀਗੇ ਇਹ ਕਿਉਂਕਿ ਆ ਪਿਛਲੇ ਦਿਨ ਵੀ ਜਾ ਕੇ ਆਏ ਜਦੋਂ ਉੱਥੇ ਉਹਨਾਂ ਨੇ ਕਿਹਾ ਕਿ ਸਾਨੂੰ ਇੰਨੇ ਕੁ ਦਿਨਾਂ ਦਾ ਸਮਾਂ ਦਿਓ। ਉੱਥੇ ਕੁੰਵਰ ਵਿਜੇ ਪ੍ਰਤਾਪ ਨੇ ਵੀ ਬੜੇ ਬਾਗੀ ਤੇਵਰ ਦਿਖਾਏ ਆ
ਔਰ ਉਹਨਾਂ ਨੇ ਸਿੱਧੇ ਹੀ ਹੋ ਗਏ, ਆਪਣੀ ਸਰਕਾਰ ਨੂੰ ਵੀ ਸਿੱਧੇ ਹੋ ਗਏ ਔਰ ਉਹਨਾਂ ਨੇ ਵੱਡੇ ਸਵਾਲ ਚੁੱਕੇ। ਉੱਥੇ ਕੁਲਤਾਰ ਸੰਧਵਾ ਵੀ ਬੋਲੇ ਔਰ ਕੁਲਤਾਰ ਸੰਧਵਾ ਕਹਿੰਦੇ ਮੈਨੂੰ ਇੰਨਾ ਕੁ ਟਾਈਮ ਚਾਹੀਦਾ। ਦੇਖੋ ਬਿਲਕੁਲ ਨੇੜੇ ਆ, ਕੰਢੇ ਤੇ ਲੱਗੀ ਹੋਈ ਆ ਗੱਲ ਔਰ ਨਿਆਂ ਹੋਣ ਵਾਲਾ ਹੀ ਆ, ਨਿਆਂ ਜਲਦੀ ਮਿਲਣਾ। ਉਹ ਨਿਆਂ ਕਿਵੇਂ ਮਿਲਣਾ, ਕਿਸ ਸੂਰਤ ਦੇ ਵਿੱਚ ਮਿਲਣਾ, ਉਹ ਤਾਂ ਸਾਨੂੰ ਨਹੀਂ ਪਤਾ, ਅਸੀਂ ਨਹੀਂ ਕਹਿ ਸਕਦੇ ਉਹ ਕਿਵੇਂ ਸਰਕਾਰ ਨੇ ਕੀ ਉਲੀਕਿਆ ਹੋਇਆ, ਕਿੱਥੇ ਜੇ ਇਨਵੈਸਟੀਗੇਸ਼ਨ ਪਹੁੰਚੀ ਹੈ ਉਸ ਚੀਜ਼ ਦੀ। ਪਰ ਇਨਵੈਸਟੀਗੇਸ਼ਨ ਹੀ ਅਜੇ ਚੱਲ ਰਹੀ ਹੈ, ਲੋਕ ਨਿਰਾਸ਼ ਹੋਏ ਬੈਠੇ ਆ ਪੰਜਾਬ ਦੇ। ਔਰ ਪਰ ਸੰਧਵਾ ਦਾ ਬਿਆਨ ਜਿਹੜਾ ਸੀ ਸਕੂਨ ਦੇਣ ਵਾਲਾ ਸੀ, ਕਿਤੇ ਨਾ ਕਿਤੇ ਇੱਕ ਆਸ ਦੇਣ ਵਾਲਾ ਸੀ ਕਿ ਥੋੜਾ ਸਮਾਂ ਹੋਰ ਬੈਠੇ ਰਹਿਣ ਉਹ ਲੋਕ ਜਿਹੜੇ ਧਰਨਾ ਲਾ ਕੇ ਬੈਠੇ ਆ ਔਰ ਉਸ ਤੋਂ ਬਾਅਦ ਫਿਰ ਸ਼ਾਇਦ ਸਾਨੂੰ ਨਿਆਂ ਮਿਲ ਜੂਗਾ। ਪਰ ਇਸ ਮੰਤਰੀ ਨੇ ਤਾਂ ਸਾਰੀਆਂ ਹੱਦਾਂ ਹੀ ਮਨਦੀਪ। ਇੱਕ ਬੰਨੇ ਸਟੈਂਡ ਕਲੀਅਰ ਜ਼ਰੂਰ ਕਰਨਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਕਿ ਤੁਸੀਂ ਡੇਰੇ ਵਾਲੇ ਦੇ ਹੱਕ ਦੇ ਵਿੱਚ ਹੋ ਜਾਂ ਡੇਰੇ ਵਾਲੇ ਦੇ ਖਿਲਾਫ ਹੋ। ਇੱਕ ਬੰਨੇ ਤੇ ਇਹਨਾਂ ਦੇ ਲੀਡਰ ਖਿਲਾਫ ਭੁਗਤ ਰਹੇ ਆ, ਉੱਥੇ ਸਰਾਰੀ ਵਰਗੇ ਜਾ ਫੋਟੋਆਂ ਖਿਚਵਾ ਰਹੇ ਆ ਡੇਰੇ ਵਰਗੇ ਤੋਂ, ਡੇਰੇ ਵਾਲੇ ਤੋਂ ਜਿਹੜੇ ਸਨਮਾਨ ਚਿੰਨ੍ਹ ਲੈ ਰਹੇ ਆ ਉੱਥੇ ਜਾ ਕੇ। ਪਤਾ ਨਹੀਂ ਇਹੋ ਜਿਹਾ ਜਾਂ ਤਾਂ ਸਰਾਰੀ ਨੇ ਕਿਹੜਾ ਇਹੋ ਜਿਹਾ ਚੰਦ ਚਾੜਤਾ ਕਿ ਉਹਨੂੰ ਸਨਮਾਨ ਕੀਤਾ, ਜਾਂ ਇਹੋ ਜਿਹਾ ਡੇਰੇ ਵਾਲੇ ਨੇ ਕਿਹੜਾ ਕੋਈ 골ਡ ਮੈਡਲ ਜਿੱਤ ਲਿਆ ਕਿ ਭਾਈ ਉਹਨੂੰ ਤੁਸੀਂ ਉੱਥੇ ਜਾ ਕੇ ਉੱਥੇ ਮੱਥਾ ਟੇਕ ਰਹੇ ਹੋ ਜਾਂ ਉੱਥੇ ਉਹਦੇ ਚਰਨ ਪਾ ਰਹੇ ਹੋ ਜਾ ਕੇ, ਜਾਂ ਉਹਦੇ ਤੋਂ ਆਸ਼ੀਰਵਾਦ ਲੈਣ ਵਾਸਤੇ ਜਾਂ ਉਹਦੀ ਸੰਗਤ ਦੇ ਨਾਲ ਮਿਲ ਰਹੇ ਹੋ ਜਾ ਕੇ ਜਿਹੜੇ ਉਹਦੇ ਪ੍ਰੇਮੀ ਨੇ। ਸਮਝ ਤੋਂ ਪਰੇ, ਪਰ ਜ਼ਰੂਰ ਆਮ ਆਦਮੀ ਪਾਰਟੀ ਨੂੰ ਇਸ ਤੇ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ। ਜ਼ਰੂਰ ਇਹਨਾਂ ਦੇ ਬੁਲਾਰਿਆਂ ਨੂੰ ਬਿਆਨ ਦੇਣੇ ਚਾਹੀਦੇ ਆ, ਆਪਣਾ ਸਟੈਂਡ ਕਲੀਅਰ ਕਰਨ। ਇਸ ਫੋਟੋ ਤੋਂ ਬਾਅਦ ਸਰਾਰੀ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਕਿਉਂ ਗਿਆ ਸੀ, ਜਾਂ ਤਾਂ ਮਾਫੀ ਮੰਗੇ ਕੌਮ ਤੋਂ ਜਾਂ ਫਿਰ ਪੰਜਾਬੀਆਂ ਤੋਂ ਮਾਫੀ ਮੰਗੇ, ਕਿਉਂਕਿ ਪੰਜਾਬੀਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ਼ ਆ। ਉੱਥੇ ਇੱਕ ਗੱਲ ਹੋਰ ਜਿਹੜੀ ਤੁਸੀਂ ਗੱਲ ਕੀਤੀ ਕਿ ਕੌਣ ਗਲਤ ਹੈ ਕੌਣ ਸਹੀ, CBI ਦੇ ਜੱਜ ਜਗਦੀਪ ਸਿੰਘ ਦਾ ਜ਼ਿਕਰ ਕੀਤਾ। ਅਸੀਂ ਉਹਨਾਂ ਤੇ ਸਵਾਲ ਨਹੀਂ ਚੁੱਕ ਰਹੇ ਔਰ ਨਾ ਹੀ ਅਸੀਂ ਸਵਾਲ ਚੁੱਕ ਸਕਦੇ ਹਾਂ ਕੋਰਟ ਤੇ, ਪਰ ਇਹ ਜ਼ਰੂਰ ਹੈ ਕਿ ਲੋਕਾਂ ਦੇ ਵਿੱਚ ਜ਼ਰੂਰ ਭੰਬਲ ਭੂਸਾ ਬਣ ਜਾਣਾ ਕਿ ਭਾਈ ਦੱਸੋ ਫਿਰ ਇੰਨਾ ਵੱਡਾ ਫੈਸਲਾ ਸੁਣਾਇਆ ਉਸ ਜੱਜ ਨੇ ਜਿਸ ਨੂੰ ਪੂਰੀ ਦੁਨੀਆ ਨੇ ਸਲਾਮ ਕੀਤਾ ਕਿ ਭਾਈ ਤੁਹਾਡੇ ਹੌਸਲੇ ਦੀ ਦਾਤ ਦੇਣੀ ਬਣਦੀ ਹੈ। ਜਿੱਥੇ ਲੋਕ ਲੰਮੇ ਸਮੇਂ ਤੋਂ ਉਡੀਕ ਰਹੇ ਸੀ ਮਨਦੀਪ ਇਨਸਾਫ ਨੂੰ ਕਿ ਇਨਸਾਫ ਮਿਲੂਗਾ, ਕਿਉਂਕਿ ਕਿੰਨੇ ਲੋਕਾਂ ਦੇ ਕਤਲ ਹੋਏ ਔਰ ਉੱਥੇ ਪੱਤਰਕਾਰ ਦਾ ਇੱਕ ਕਤਲ ਹੁੰਦਾ, ਉਸਦੇ ਬੇਟੇ ਨੇ ਕਿਸ ਤਰ੍ਹਾਂ ਅੰਸ਼ੁਲ ਛਤਰਪਤੀ ਨੇ ਇਨਸਾਫ ਵਾਸਤੇ ਗੋਡੇ ਰਗੜੇ ਵਿਚਾਰੇ ਨੇ, ਕਿਸ ਤਰੀਕੇ ਨਾਲ ਉਹਦੀਆਂ ਚੱਪਲਾਂ ਘਸੀਆਂ ਹੋਣਗੀਆਂ ਉਸ ਬੰਦੇ ਦੀ ਕੋਰਟ ਕਚਹਿਰੀਆਂ ਦੇ ਗੇੜੇ ਕੱਢਦਿਆਂ ਕਿਵੇਂ ਉਸ ਬੰਦੇ ਨੇ ਇੱਕ ਇੰਨੇ ਖਤਰਨਾਕ ਤਾਕਤਵਰ ਅਪਰਾਧੀ ਨਾਲ ਮੱਥਾ ਲਾਇਆ। ਤਾਂ ਸਵਾਲ ਅਸੀਂ ਕੋਰਟ ਤੇ ਨਹੀਂ ਚੁੱਕ ਰਹੇ, ਪਰ ਲੋਕਾਂ ਦੇ ਮਨ 'ਚ ਜ਼ਰੂਰ ਭੰਬਲ ਭੂਸਾ ਪੈਦਾ ਹੋ ਰਿਹਾ। ਜਿਵੇਂ ਪੈਰੋਲ ਦਿੱਤੀ ਜਾ ਰਹੀ ਹੈ, ਉੱਥੇ ਵੱਡੇ ਵੱਡੇ ਲੀਡਰ ਜਾ ਕੇ ਗੋਡੇ ਟੇਕ ਰਹੇ ਆ, ਤਾਂ ਲੋਕਾਂ ਦੇ ਮਨ 'ਚ ਭੰਬਲ ਭੂਸਾ ਜ਼ਰੂਰ ਪੈਦਾ ਹੋਣ ਲੱਗ ਗਿਆ। ਭਾਈ ਇਹ ਕਰੀ ਕੀ ਜਾਂਦੇ ਆ ਲੀਡਰ ਇੰਨੇ ਗਿਰ ਚੁੱਕੇ ਆ ਕਿ ਚੰਦ ਵੋਟਾਂ ਵਾਸਤੇ ਜਾ ਕੇ ਉੱਥੇ ਬਲਾਤਕਾਰੀ ਦੇ ਆਸ਼ਰਮ ਪਹੁੰਚ ਰਹੇ ਆ। ਵਿਕਰਮ ਕਿਵੇਂ ਦੇਖਦੇ ਹੋ ਕਿ ਇਹਨਾਂ ਦੇ ਉੱਪਰ ਰੋਕਥਾਮ ਕਿਵੇਂ ਲੱਗ ਸਕਦੀ ਹੈ, ਕਿਵੇਂ ਲਗਾਮ ਲਾਈ ਜਾ ਸਕਦੀ ਹੈ? ਡੇਰਾ ਕਲਚਰ ਇੱਕ ਪਾਸੇ ਤੇ ਦੂਜੇ ਪਾਸੇ ਸਿਆਸੀ ਪਿੜ, ਦੋਨੇ ਪੋਲੀਟੀਸ਼ੀਅਨ ਹੋਣ ਜਾਂ ਪੋਲਿਟਿਕਸ ਹੋਵੇ ਜਾਂ ਸਿਆਸੀ ਡੇਰੇ ਹੋਣ, ਤਾਂ ਇਹਨਾਂ ਡੇਰਿਆਂ ਦਾ ਜਿਹੜਾ ਆਪਸੀ ਕਨੈਕਸ਼ਨ ਹੈ ਕਿਵੇਂ? ਕਿਉਂਕਿ ਜਦੋਂ ਰਾਮ ਰਹੀਮ ਨੂੰ ਸਜ਼ਾ ਹੋਈ ਸੀ ਤਾਂ ਉਸ ਤੋਂ ਬਾਅਦ ਲੱਗਿਆ ਸੀ ਕਿ 5-4 ਸਾਲ ਬਿਲਕੁਲ ਜਿਹੜੀ ਹੈ ਸ਼ਾਂਤੀ ਪਸਰ ਗਈ ਸੀ, ਲੱਗਿਆ ਸੀ ਕਿ ਠੱਲ ਪਈ ਹੈ ਡੇਰਾਵਾਦ ਨੂੰ ਕਿਤੇ ਨਾ ਕਿਤੇ। ਤੇ ਆਮ ਆਦਮੀ ਪਾਰਟੀ ਨੂੰ ਤਾਂ ਸਗੋਂ ਇਹ ਸੋਚਣਾ ਚਾਹੀਦਾ ਕਿ ਤੁਸੀਂ ਤਾਂ ਭਾਈ ਉਦੋਂ ਆਏ ਹੋ ਸਰਕਾਰ 'ਚ ਜਦੋਂ ਤੁਹਾਨੂੰ ਤਾਂ ਕੋਈ ਡੇਰਾਵਾਦ ਜਾਣ ਦੀ ਲੋੜ ਹੀ ਨਹੀਂ ਪਈ ਤੁਹਾਡਾ। ਜੇ ਆਪਾਂ ਦੇਖੀਏ ਪੁਰਾਣੀਆਂ ਪਾਰਟੀਆਂ ਤਾਂ ਕਾਂਗਰਸ ਤੇ ਵੀ ਲਗਾਤਾਰ ਇਲਜ਼ਾਮ ਲੱਗੇ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਦੇਖ ਲਓ ਅੱਜ ਕੀ ਹਾਲ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਇਲਜ਼ਾਮ ਲਾਦੇ ਨੇ ਕਿ ਸਰਸੇ ਵਾਲੇ ਨੂੰ ਮਾਫੀ ਦਿੱਤੀ ਸੀ ਇਹਨਾਂ ਨੇ। ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਸਮਝਣਾ ਚਾਹੀਦਾ। ਫਿਰ ਕਿਵੇਂ ਸੋਚਦੇ ਹੋ ਤੁਸੀਂ, ਕਿਵੇਂ ਦੇਖਦੇ ਹੋ ਕਿ ਇਹ ਲੀਡਰ ਜਿਹੜੇ ਨੇ, ਇਹ ਪੋਲੀਟੀਸ਼ੀਅਨ ਜਿਹੜੇ ਨੇ ਕਿਉਂ ਨਹੀਂ ਸਮਝ ਪਾ ਰਹੇ ਇਹ ਕਲਚਰ? ਮਨਦੀਪ ਦੇਖੋ, ਆਮ ਆਦਮੀ ਪਾਰਟੀ ਇਸ ਦਾ ਸਭ ਤੋਂ ਵੱਡਾ ਐਗਜ਼ਾਮਪਲ ਹੈ ਕਿ ਡੇਰੇ ਦੀਆਂ ਵੋਟਾਂ ਲੈਣ ਵਾਸਤੇ ਨਹੀਂ ਗਏ। ਇਸ ਦਾ ਸਭ ਤੋਂ ਵੱਡਾ ਐਗਜ਼ਾਮਪਲ ਹੈ ਆਮ ਆਦਮੀ ਪਾਰਟੀ। ਪਰ ਉੱਥੇ ਹੀ ਬੇਸ਼ਰਮ ਲੀਡਰ ਹੈ ਕੁਛ ਇਹਨਾਂ ਦੇ ਜਿਹੜੇ ਜਾ ਹੁਣ ਉੱਥੇ ਪਹੁੰਚ ਰਹੇ ਆ, ਭਾਵੇਂ ਜਿਵੇਂ ਮਰਜ਼ੀ ਗਏ, ਜਦੋਂ ਦੀ ਮਰਜ਼ੀ ਤਸਵੀਰ ਹੈ, ਪਰ ਇਹ ਤਸਵੀਰ ਸਾਹਮਣੇ ਨਹੀਂ ਆਉਣੀ ਚਾਹੀਦੀ ਸੀ। ਸਾਹਮਣੇ ਨਹੀਂ ਆਉਣ ਦਾ ਮਤਲਬ ਕਿ ਇਹਨਾਂ ਨੂੰ ਉੱਥੇ ਨਹੀਂ ਜਾਣਾ ਚਾਹੀਦਾ ਸੀ। ਪਰ ਆਮ ਆਦਮੀ ਪਾਰਟੀ ਵੱਡਾ ਐਗਜ਼ਾਮਪਲ ਸੀ, ਇਹਨਾਂ ਨੇ ਐਗਜ਼ਾਮਪਲ ਸੈੱਟ ਕੀਤਾ ਕਿ ਆਮ ਲੋਕਾਂ ਨੇ ਇਹਨਾਂ ਨੂੰ ਵੋਟਾਂ ਦਿੱਤੀਆਂ, ਆਮ ਲੋਕਾਂ ਨੂੰ ਬਹੁਤ ਆਸਾਂ ਉਮੀਦਾਂ ਨਾਲ ਉਹਨਾਂ ਨੇ ਵੋਟਾਂ ਦਿੱਤੀਆਂ। ਪਰ ਉੱਥੇ ਹੀ ਪਿਛਲੇ ਐਗਜ਼ਾਮਪਲ ਇਹ ਵੀ ਦੇਖ ਲੈਣੇ ਚਾਹੀਦੇ ਆ ਕਿ ਜਿਹੜੀਆਂ ਪਾਰਟੀਆਂ ਤੇ ਇਲਜ਼ਾਮ ਲੱਗੇ ਕਿ ਇਹਨਾਂ ਨੇ ਸਪੋਰਟ ਲਈ ਡੇਰੇ ਦੀ ਜਾਂ ਡੇਰੇ ਨੂੰ ਸਪੋਰਟ ਕੀਤਾ, ਉਹ ਪਾਰਟੀਆਂ ਕਿੱਥੇ ਖੜੀਆਂ। ਬੇਸ਼ੱਕ ਭਾਵੇਂ ਕਾਂਗਰਸ ਦੀ ਗੱਲ ਕਰੋ ਜਾਂ ਫਿਰ ਤੁਸੀਂ ਅਕਾਲੀ ਦਲ ਦੀ ਗੱਲ ਕਰੋ, ਜਿਹੜੇ ਲੋਕ ਸੀਗੇ ਕਿੱਥੇ ਆ, ਸਰਵਾਈਵਲ ਕਿੱਥੇ ਆ ਉਹਨਾਂ ਦਾ, ਕਿੱਥੇ ਖੜੇ ਆ, ਕਿੱਥੇ ਸਟੈਂਡ ਕਰ ਰਹੇ ਆ ਉਹ ਲੋਕ। ਇਹ ਚੀਜ਼ਾਂ ਜ਼ਰੂਰ ਲੀਡਰਾਂ ਨੂੰ, ਪੋਲੀਟੀਸ਼ੀਅਨਸ ਨੂੰ ਦੇਖਣੀਆਂ ਚਾਹੀਦੀਆਂ, ਪਰ ਇਹ ਲੋਕਾਂ ਵੱਲ ਨਾ ਦੇਖਦੇ ਹੋਏ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਮਨਦੀਪ। ਜਿਹੜੇ ਲੋਕ ਇਸ ਪਖੰਡਵਾਦ ਦੇ ਪਿੱਛੇ, ਇਹਨਾਂ ਡੇਰਾਵਾਦ ਦੇ ਪਿੱਛੇ ਜਾ ਰਹੇ ਆ ਜਿਹੜੇ ਲੋਕ, ਇਹਨਾਂ ਲੋਕਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਕਿ ਭਾਈ CBI ਦੀ ਵਿਸ਼ੇਸ਼ ਅਦਾਲਤ ਨੇ ਇਸ ਨੂੰ ਸਜ਼ਾ ਸੁਣਾਈ ਹੈ। ਉਹੀ ਸਵਾਲ ਤੇ ਮੈਂ ਆਉਂਦਾ ਸੀ ਕਿ ਇੱਕ ਪਾਸੇ ਤਾਂ ਲੋਕ ਅਵੇਅਰ ਵੀ ਬਹੁਤ ਹੋਏ ਨੇ, ਸੋਸ਼ਲ ਮੀਡੀਆ ਜਦੋਂ ਦਾ ਆਇਆ ਡੇਰਾਵਾਦ ਦੇ ਵਿਰੁੱਧ ਜਿਹੜਾ ਕੁਝ ਲੋਕ ਅਵੇਅਰ ਵੀ ਨੇ, ਪਰ ਕੁਝ ਮੁੱਠੀ ਭਰ ਲੋਕ ਜਿਹੜੇ ਨੇ ਉਹਨਾਂ ਦੇ ਉੱਪਰ ਕੀ ਇਹੋ ਜਿਹੀ ਕਾਲੀ ਪੱਟੀ ਜਿਹੜੀ ਹੈ ਬੰਨੀ ਹੋਈ ਅੱਖਾਂ ਦੇ, ਜਿਹੜੇ ਅੱਜ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਹਾਨੂੰ ਜੱਫੀ ਪਾਉਣ ਦਾ ਮਨ ਕਰ ਰਿਹਾ, ਤੁਹਾਡਾ ਫੇਸ ਅੱਗੇ ਨਾਲੋਂ ਬਹੁਤ ਗਲੋ ਕਰ ਰਿਹਾ। ਤਾਂ ਇਹਨਾਂ ਲੋਕਾਂ ਦੀ ਮਾਨਸਿਕਤਾ ਜਿਹੜੀ ਹੈ ਕਿੱਥੇ ਖੜੀ ਹੈ? ਇਹਨਾਂ ਲੋਕਾਂ ਦੀ ਮਾਨਸਿਕਤਾ ਸਮਝ ਤੋਂ ਪਰੇ ਹੈ ਕਿ ਖੜੀ ਕਿੱਥੇ ਹੈ।
ਇਹਨਾਂ ਲੋਕ ਇਹ ਇੰਨੇ ਅਨਪੜ੍ਹ ਇੰਨੇ ਅੰਧ ਭਗਤ ਹੈ ਇਹ ਲੋਕ ਜਿਹੜੇ ਅਜੇ ਵੀ ਉਸ ਬਲਾਤਕਾਰੀ ਉਸ ਕਾਤਲ ਦੇ ਪਿੱਛੇ ਲੱਗ ਕੇ ਬੈਠੇ ਆ। ਔਰ ਖਾਸ ਕਰ ਉਹਨਾਂ ਬੀਬੀਆਂ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਹੈ। ਜਿਵੇਂ ਸਵਾਤੀ ਮਾਲੀਵਾਲ ਨੇ ਸਵਾਲ ਚੁੱਕੇ, ਕਹਿੰਦੇ ਕਿ ਇਹਨਾਂ ਨੂੰ ਸ਼ਰਮ ਹੀ ਨਹੀਂ ਆਉਂਦੀ ਇਹਨਾਂ ਬੀਬੀਆਂ ਨੂੰ ਜਿਹੜੀਆਂ ਕੋਈ ਮੇਅਰ ਹੈ ਕੋਈ ਐਮਐਲਏ ਹੈ ਕੋਈ ਕੁਛ ਹੈ, ਉਹ ਜਾ ਕੇ ਕਹਿੰਦੀਆਂ ਕਿ ਸਾਨੂੰ ਜੱਫੀ ਪਾਉਣ ਨੂੰ ਜੀ ਕਰਦਾ। ਭਾਈ ਉਹਦੇ ਕਾਰਨਾਮੇ ਤਾਂ ਦੇਖ ਲਓ, ਕਾਰਨਾਮੇ ਕੀ ਹੈ, ਕਿੰਨੀਆਂ ਬੀਬੀਆਂ ਨਾਲ ਰੇਪ ਕੀਤਾ ਉਸਨੇ, ਕਿੰਨੇ ਲੋਕਾਂ ਨੂੰ ਨਪੁੰਸਕ ਬਣਾਇਆ ਉਸਨੇ, ਕਿੰਨੇ ਲੋਕਾਂ ਦਾ ਉਸਦੀ ਈਗੋ ਕਰਕੇ ਕਤਲ ਹੋਇਆ, ਕਿੰਨੇ ਲੋਕਾਂ ਦਾ ਕਤਲ ਇਸ ਕਰਕੇ ਹੋਇਆ ਕਿ ਲੋਕ ਖੁਲਾਸੇ ਨਾ ਕਰਦੇ ਜਾ ਕੇ। ਤਾਂ ਭਾਈ ਉਹਦੇ ਕਾਰਨਾਮੇ ਤਾਂ ਦੇਖ ਲਓ ਕੀ ਕੁਛ ਕੀਤਾ, ਜਾ ਕੇ ਸਰਾਰੀ ਵਰਗੇ ਮੱਥਾ ਟੇਕ ਰਹੇ। ਸ਼ਰਮ ਹੀ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ। ਦੇਖਣਾ ਇਹ ਆ ਲੋਕ ਲਾਹਣਤਾਂ ਪਾ ਰਹੇ ਆ ਫੌਜਾ ਸਿੰਘ ਸਰਾਰੀ ਨੂੰ। ਪਤਾ ਨਹੀਂ ਫੌਜਾ ਸਿੰਘ ਸਰਾਰੀ ਨੂੰ ਹੋ ਕੀ ਗਿਆ, ਪਹਿਲਾਂ ਆਡੀਓ ਵਾਇਰਲ ਹੋ ਜਾਂਦਾ, ਉਸ ਤੋਂ ਬਾਅਦ ਹੁਣ ਇਹ ਫੋਟੋ, ਪਰ ਪਹਿਲਾਂ ਵੀ ਲੋਕਾਂ ਨੇ ਲਾਹਣਤਾਂ ਪਾਈਆਂ, ਹੁਣ ਦੂਰੀ ਵਾਰ ਫਿਰ ਲਾਹਣਤਾਂ। ਇਹ ਲਾਹਣਤਾਂ ਇਹੋ ਜਿਹੀਆਂ ਪੈਣਗੀਆਂ ਫੌਜਾ ਸਿੰਘ ਸਰਾਰੀ ਨੂੰ ਕਿ ਫੌਜਾ ਸਿੰਘ ਸਰਾਰੀ ਦਾ ਬੇਸ ਹਿੱਲ ਜਾਣਾ। ਫੌਜਾ ਸਿੰਘ ਸਰਾਰੀ ਦਾ ਪਤਾ ਨਹੀਂ ਲੱਗਣਾ ਕਿ ਫੌਜਾ ਸਿੰਘ ਸਰਾਰੀ ਸਾਹਿਬ ਹੋਈ ਕੀ ਜਾਂਦਾ। ਔਰ ਕਿਉਂਕਿ ਲੋਕ ਹੀ ਮਨਦੀਪ ਲੋਕਾਂ ਨੇ ਜਿਤਾਇਆ ਨਾ, ਲੋਕ ਹੀ ਜਦੋਂ ਉਸ ਪੂਰੇ ਪੰਜਾਬ ਦੇ ਲੋਕ ਡੇਰੇ ਦੇ ਖਿਲਾਫ ਆ, ਤਾਂ ਫਿਰ ਫੌਜਾ ਸਿੰਘ ਸਰਾਰੀ ਵਰਗੇ ਕੀ ਕਰਨਗੇ? ਬਿਲਕੁਲ, ਇਕੱਲੇ ਡੇਰੇ ਦਾ ਆਸ਼ਰਮ ਕੀ ਕਰ ਲੂਗਾ ਉਹਨੂੰ ਸਪੋਰਟ ਕਰਕੇ? ਤਾਂ ਲਾਹਣਤਾਂ ਪਾਉਣੀਆਂ ਬਣਦੀਆਂ ਨੇ, ਜ਼ਰੂਰ ਪਾਉਣੀਆਂ ਬਣਦੀਆਂ ਨੇ। ਤੇ ਕਿਤੇ ਨਾ ਕਿਤੇ ਸੀਐਮ ਭਗਵੰਤ ਮਾਨ ਹੋਣਾ ਨੂੰ ਵੀ ਇਸ ਦਾ ਨੋਟਿਸ ਲੈਣਾ ਚਾਹੀਦਾ, ਇਸ ਦੇ ਵੱਲ ਝਾਕਣਾ ਜ਼ਰੂਰ ਚਾਹੀਦਾ ਕਿ ਆਖਰਕਾਰ ਇੱਕ ਬਲਾਤਕਾਰੀ ਕੋਲ ਜਾਣ ਦੀ ਕੀ ਲੋੜ ਪੈ ਗਈ, ਉਹ ਵੀ ਉਦੋਂ ਜਦੋਂ ਤੁਸੀਂ ਏਡੇ ਵੱਡੇ ਬਹੁਮਤ ਦੇ ਨਾਲ ਸਰਕਾਰ ਬਣਾਈ ਹੈ, ਪੰਜਾਬ ਦੇ ਲੋਕਾਂ ਦਾ ਤੁਸੀਂ ਦਿਲ ਜਿੱਤਿਆ। ਤੁਸੀਂ ਕਹਿੰਦੇ ਹੋ ਕਿ ਤੁਸੀਂ ਭਗਤ ਸਿੰਘ ਦੀ ਸੋਚ ਦੇ ਉੱਪਰ ਪਹਿਰਾ ਦਿੰਦੇ ਹੋ, ਤਾਂ ਫਿਰ ਭਗਤ ਸਿੰਘ ਦੀ ਸੋਚ ਜਿਹੜੀ ਹੈ ਉਸ ਨੂੰ ਬਰਕਰਾਰ ਰੱਖੋ। ਅਜਿਹੇ ਪਖੰਡੀ ਬਾਬਿਆਂ ਦੇ ਜਿਹੜਾ ਪੈਰਾਂ ਵਿੱਚ ਜਾ ਕੇ ਪੰਜਾਬ ਤੇ ਪੰਜਾਬੀਅਤ ਦੀ ਜਿਹੜੀ ਹੈ ਤੁਸੀਂ ਬੇਪਤੀ ਨਾ ਕਰੋ, ਤੇ ਨਾ ਹੀ ਪੰਜਾਬ ਦੇ ਲੋਕਾਂ ਦਾ ਸਿਰ ਨੀਵਾਂ ਕਰੋ, ਕਿਉਂਕਿ ਪੰਜਾਬੀ ਲੋਕਾਂ ਨੇ ਜਿਹੜਾ ਹੈ ਬਹੁਤ ਇਤਿਹਾਸ, ਪੰਜਾਬ ਦਾ ਕਲਚਰ ਜਿਹੜਾ ਹੈ ਬਹੁਤ ਰਿਚ ਹੈ। ਅਜਿਹੇ ਪਖੰਡੀਆਂ ਤੋਂ ਸਾਨੂੰ ਕੋਈ ਵੀ ਸੇਧ ਲੈਣ ਦੀ ਲੋੜ ਨਹੀਂ ਜਿਹੜੇ ਕਾਨੂੰਨਨ ਤੌਰ ਤੇ ਬਲਾਤਕਾਰੀ ਤੇ ਇੱਕ ਕਾਤਲ ਸਾਬਤ ਹੋ ਚੁੱਕੇ ਹੋਣ। ਮੈਨੂੰ ਤੇ ਮੇਰੇ ਸਹਿਯੋਗੀ ਵਿਕਰਮ ਨੂੰ ਦਿਓ ਇਜਾਜ਼ਤ, ਤੇ ਹੋਰ ਲੋਕ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਹਾਜ਼ਰ ਹੁੰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ।